ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਫਰਵਰੀ ਮਹੀਨੇ ਦੇ ਵਿੱਚ ਵਧੀ ਮਹਿੰਗਾਈ ਦਰ, ਗੈਸ ਦੀਆਂ ਕੀਮਤਾਂ ਦੇ ਵਿੱਚ ਹੋ ਰਿਹਾ ਵਾਧਾ। ਕੈਨੇਡਾ ਦੇ ਵਿੱਚ ਕੋਰੋਨਾ ਦੀ ਲਪੇਟ 'ਚ ਆਉਣ ਵਾਲਿਆਂ ਬਾਰੇ ਖੁਲਾਸਾ। ਪੋਜ਼ਿਟਿਵ ਹੋਣ ਵਾਲੇ 96% ਲੋਕਾਂ ਦੇ ਫੋਨ ਦੇ ਵਿੱਚ ਨਹੀਂ ਕੋਵਿਡ ਅਲਰਟ ਐਪ। ਕਿਊਬੈਕ ਦੇ ਵਿੱਚ ਬਦਲਿਆ ਕਰਫਿਊ ਦਾ ਸਮਾਂ, ਧਾਰਮਿਕ ਸਥਾਨਾਂ ਦੇ ਉੱਪਰ 25 ਲੋਕ ਹੋ ਸਕਣਗੇ ਇਕੱਠੇ। 57 ਸਾਲ ਦੇ ਵਿਅਕਤੀ ਨੇ ਠੋਕੀਆਂ ਪੁਲਿਸ ਦੀਆਂ ਗੱਡੀਆਂ, ਇਸ ਮਾਮਲੇ ਦੇ ਵਿੱਚ ਵਿਅਕਤੀ ਕੀਤਾ ਗਿਆ ਚਾਰਜ। ਵਿਅਕਤੀ ਨੂੰ ਤਸਵੀਰ ਖਿੱਚਣੀ ਪਈ ਭਾਰੀ, ਪੈਰ ਤਿਲਕਣ ਦੇ ਨਾਲ ਹੋਈ ਮੌਤ। ਕੈਨੇਡਾ ਦੇ ਵਿੱਚ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ ਤੇ ਗੈਸ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ ਕਿ ਫਰਵਰੀ ਮਹੀਨੇ ਦੌਰਾਨ ਹੀ ਇਨਫਲੇਸ਼ਨ ਦੇ ਵਿੱਚ ਜਾਣੀ ਕਿ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਸੰਬੰਧਿਤ तमाम ਜਾਣਕਾਰੀ ਜਾਣੋ ਇਸ ਖਬਰ ਦੇ ਰਾਹੀਂ। ਸਟੈਟਿਸਟਿਕਸ ਕੈਨੇਡਾ ਵੱਲੋਂ ਇਨਫਲੇਸ਼ਨ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਫਰਵਰੀ ਮਹੀਨੇ ਦੌਰਾਨ ਹੀ ਬਾਕੀ ਮਹੀਨਿਆਂ ਦੇ ਮੁਕਾਬਲੇ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਗੈਸ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਫਰਵਰੀ ਮਹੀਨੇ ਕੰਜ਼ਿਊਮਰ ਪ੍ਰਾਈਸ ਇੰਡੈਕਸ 1.1% ਵਧਿਆ, ਜਦਕਿ ਜਨਵਰੀ ਦੇ ਵਿੱਚ ਇਹ 1.0% ਸੀ। ਫਾਈਨੈਂਸ਼ੀਅਲ ਡਾਟਾ ਫਰਮ ਰੈਫੀਨੇਟਿਵ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ ਦਰ ਸਾਲ ਐਵਰੇਜ ਇਕਨੋਮਿਸਟ ਐਸਟੀਮੇਟ 1.3% ਨਾਲ ਵਧੇਗਾ। ਗੈਸ ਕੀਮਤਾਂ ਤੋਂ ਬਿਨਾਂ ਏਜੰਸੀ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਫਰਵਰੀ ਮਹੀਨੇ ਦੇ ਵਿੱਚ 1% ਵਧਿਆ ਹੈ। ਏਜੰਸੀ ਨੇ ਇਹ ਵੀ ਦੱਸਿਆ ਕਿ ਫਰਵਰੀ 2020 ਦੇ ਵਿਚਕਾਰ ਹੀ ਨਵੇਂ ਘਰਾਂ ਦੀ ਕੀਮਤ ਦੇ ਅੰਦਰ 7% ਦਾ ਵਾਧਾ ਹੋਇਆ ਹੈ। ਸੋ ਕੈਨੇਡੀਅਨਸ ਵੱਲੋਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ, ਕਿਉਂਕਿ ਇੱਥੇ ਮਹਿੰਗਾਈ ਦਰ ਵੀ ਵਧ ਰਹੀ ਹੈ ਤੇ ਦੂਜਾ ਇਹ ਵੀ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਬਾਰੇ तमाम ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਫਰਵਰੀ ਮਹੀਨੇ ਦੌਰਾਨ ਹੀ ਇਨਫਲੇਸ਼ਨ ਦੇ ਵਿੱਚ ਕਿੰਨੇ ਫੀਸਦੀ ਵਾਧਾ ਹੋਇਆ। ਕੈਨੇਡਾ ਦੀ ਸਰਕਾਰ ਵੱਲੋਂ ਕਿਹਾ ਗਿਆ ਕਿ ਕੋਵਿਡ ਅਲਰਟ ਐਪ ਜਿਹੜਾ ਇੱਕ ਵੱਡੀ ਉਮੀਦ ਹੈ ਕੋਰੋਨਾ ਵਾਇਰਸ ਦੇ ਖਿਲਾਫ। ਪਰ ਇੱਕ ਹੋਰ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਬਹੁਤ ਅਜਿਹੇ ਕੈਨੇਡਾ ਦੇ ਵਿੱਚ ਲੋਕ ਨੇ, ਜਾਂ ਫਿਰ ਕਹਿ ਲਈਏ ਕਿ 96% ਅਜਿਹੇ ਕੈਨੇਡੀਅਨਸ ਹਨ ਜੋ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਅਤੇ ਉਹਨਾਂ ਦੇ ਫੋਨ ਦੇ ਵਿੱਚ ਕੋਵਿਡ-19 ਅਲਰਟ ਐਪ ਨਹੀਂ ਸੀ। ਇਸ ਦੀ ਜਾਣਕਾਰੀ ਸਟੈਟਿਸਟਿਕਸ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਇਸ ਦੇ ਨਾਲ ਸੰਬੰਧਿਤ ਜਿਹੜੀ तमाम ਇਨਫੋਰਮੇਸ਼ਨ ਹੈ ਉਹ ਦਿੱਤੀ ਹੈ ਕਿ ਕਿਸ ਤਰ੍ਹਾਂ ਜੋ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਅੰਦਰ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਨੇ, ਪੋਜ਼ਿਟਿਵ ਪਾਏ ਜਾ ਰਹੇ ਨੇ, ਉਹਨਾਂ ਦੇ ਫੋਨ 'ਚ ਜਾਂ ਤਾਂ ਇਹ ਐਪ ਨਹੀਂ ਹੈ ਜਾਂ ਫਿਰ ਉਹਨਾਂ ਨੂੰ ਇਸ ਦਾ ਠੀਕ ਢੰਗ ਦੇ ਨਾਲ ਇਸਤੇਮਾਲ ਕਰਨਾ ਨਹੀਂ ਆਉਂਦਾ। ਕੈਨੇਡਾ ਦੇ ਵਿੱਚ ਜੋ ਲੋਕ ਕੋਵਿਡ ਪੋਜ਼ਿਟਿਵ ਪਾਏ ਜਾ ਰਹੇ ਹਨ, ਉਹਨਾਂ ਦੇ ਬਾਰੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 96% ਕੈਨੇਡਾ ਦੇ ਵਿੱਚ ਕੋਵਿਡ ਪੋਜ਼ਿਟਿਵ ਜਿਹੜੇ ਲੋਕ ਪਾਏ ਗਏ, ਉਹਨਾਂ ਦੇ ਫੋਨ ਦੇ ਵਿੱਚ ਜਾਂ ਤੇ ਕੋਵਿਡ ਅਲਰਟ ਐਪ ਨਹੀਂ ਸੀ ਜਾਂ ਫਿਰ ਉਹਨਾਂ ਵੱਲੋਂ ਇਸ ਦੀ ਵਰਤੋਂ ਨਹੀਂ ਕੀਤੀ ਗਈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਕੋਵਿਡ ਅਲਰਟ ਐਪ ਕੋਰੋਨਾ ਵਾਇਰਸ ਦੇ ਖਿਲਾਫ ਦੂਸਰੀ ਵੱਡੀ ਉਮੀਦ ਹੈ। ਪਰ ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਅੰਕੜਾ ਦੱਸਿਆ ਗਿਆ ਉਸ ਦੇ ਵਿੱਚ ਤਾਂ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ। ਸਟੈਟਿਸਟਿਕਸ ਤੋਂ ਪਤਾ ਚੱਲਦਾ ਹੈ ਕਿ ਬਹੁਤ ਘੱਟ ਲੋਕ ਅਜਿਹੇ ਹਨ ਜੋ ਕੋਵਿਡ ਅਲਰਟ ਐਪ ਦੀ ਵਰਤੋਂ ਕਰਦੇ ਹਨ। ਪਬਲਿਕ ਹੈਲਥ ਡਾਟਾ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਵਿੱਚ ਪਾਇਆ ਗਿਆ ਕਿ 5,35,000 ਅਜਿਹੇ ਲੋਕ ਹਨ ਜੋ ਪੋਜ਼ਿਟਿਵ ਪਾਏ ਗਏ, ਜਿਨ੍ਹਾਂ ਵੱਲੋਂ ਕੋਵਿਡ ਅਲਰਟ ਐਪ ਨਹੀਂ ਵਰਤੀ ਜਾ ਰਹੀ ਸੀ। ਇਸ ਦੇ ਵਿੱਚ ਪਾਇਆ ਗਿਆ ਕਿ 96.2% ਲੋਕ ਅਜਿਹੇ ਹਨ ਜਿਨ੍ਹਾਂ ਵੱਲੋਂ ਜਾਂ ਤਾਂ ਐਪ ਦੀ ਠੀਕ ਤਰ੍ਹਾਂ ਦੇ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ ਤੇ ਜਾਂ ਫਿਰ ਉਹਨਾਂ ਕੋਲ ਇਹ ਐਪ ਹੈ ਹੀ ਨਹੀਂ। ਪਿਛਲੀਆਂ ਗਰਮੀਆਂ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਐਪ ਕੋਰੋਨਾ ਵਾਇਰਸ ਦੇ ਖਿਲਾਫ ਕਾਰਗਰ ਸਾਬਿਤ ਹੋਵੇਗੀ। ਉਹਨਾਂ ਕਿਹਾ ਸੀ ਕਿ ਇਸ ਦੇ ਨਾਲ ਕੋਰੋਨਾ ਵਾਇਰਸ ਦੇ ਕੰਟੈਕਟ ਵਿੱਚ ਤੁਸੀਂ ਆਏ ਹੋ ਜਾਂ ਫਿਰ ਨਹੀਂ, ਇਸ ਦੇ ਬਾਰੇ ਵਿੱਚ ਪਤਾ ਲਗਾਇਆ ਜਾ ਸਕੇਗਾ। 27 ਨਵੰਬਰ ਦੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਨੌਜਵਾਨ ਹਨ ਉਹਨਾਂ ਨੂੰ ਜ਼ਰੂਰਤ ਹੈ ਕਿ ਉਹ ਆਪਣੇ ਫੋਨ ਦੇ ਵਿੱਚ ਕੋਵਿਡ ਅਲਰਟ ਐਪ ਜ਼ਰੂਰ ਡਾਊਨਲੋਡ ਕਰ ਲੈਣ। ਉਹਨਾਂ ਕਿਹਾ ਸੀ ਕਿ ਇਹ ਐਪ ਬਿਲਕੁਲ ਮੁਫਤ ਹੈ ਅਤੇ ਇਹ ਤੁਹਾਡੀ ਜਾਣਕਾਰੀ ਨੂੰ ਕਿਤੇ ਵੀ ਲੀਕ ਨਹੀਂ ਹੋਣ ਦਿੰਦੀ, ਜਾਣੀ ਕਿ ਤੁਹਾਡੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਦੀ ਹੈ। ਇਸ ਐਪ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਓਨਟਾਰੀਓ ਦੇ ਵਿੱਚ ਜੁਲਾਈ 31 ਨੂੰ ਕੀਤੀ ਗਈ ਸੀ। ਅੰਦਾਜ਼ੇ ਦੇ ਤੌਰ ਦੇ ਉੱਪਰ ਜਾਣਕਾਰੀ ਮਿਲੀ ਹੈ ਕਿ ਇਸ ਐਪ ਨੂੰ 6.3 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ 30 ਮਿਲੀਅਨ ਸਮਾਰਟਫੋਨ ਯੂਜ਼ਰ ਅਜਿਹੇ ਹਨ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਦੀ ਇਹ ਐਪ ਨੂੰ ਫੋਨ ਦੇ ਵਿੱਚ ਡਾਊਨਲੋਡ ਨਹੀਂ ਕੀਤਾ ਗਿਆ।
ਕਿਊਬੈਕ ਦੇ ਵਿੱਚ 8 ਵਜੇ ਤੋਂ ਜੋ ਕਰਫਿਊ ਹੈ ਉਸ ਦੀ ਸ਼ੁਰੂਆਤ ਕੀਤੀ ਜਾ ਰਹੀ ਸੀ, ਪਰ ਹੁਣ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ। ਕਿਊਬੈਕ ਦੇ ਵਿੱਚ ਹੁਣ ਕਰਫਿਊ ਦੀ ਸ਼ੁਰੂਆਤ 9:30 ਵਜੇ ਰਾਤ ਤੋਂ ਹੋਵੇਗੀ। ਇਸ ਦੀ ਜਾਣਕਾਰੀ ਪ੍ਰੀਮੀਅਰ ਵੱਲੋਂ ਸਾਂਝੀ ਕੀਤੀ ਗਈ। ਨਾਲ ਹੀ ਉਹਨਾਂ ਦੱਸਿਆ ਹੈ ਕਿ ਹੋਰ ਵੀ ਜਿਹੜੀਆਂ ਕਰੋਨਾ ਕਾਰਨ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਨਾਲ ਦੀ ਨਾਲ ਕਿਊਬੈਕ ਦੇ ਵਿੱਚ ਹੁਣ ਧਾਰਮਿਕ ਸਥਾਨ ਦੇ ਉੱਪਰ ਜਦੋਂ ਸਮਾਗਮ ਕਰਾਇਆ ਜਾਏਗਾ ਉੱਥੇ 25 ਜਾਣੇ ਇਕੱਠ ਕਰ ਸਕਦੇ ਨੇ, ਇਸ ਦੀ ਇਜਾਜ਼ਤ ਦਿੱਤੀ ਗਈ ਹੈ। ਕਿਊਬੈਕ ਵੱਲੋਂ ਆਪਣੇ ਕਰਫਿਊ ਦੇ ਸਮੇਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵਾਅਦਾ ਵੀ ਕੀਤਾ ਗਿਆ ਕਿ ਜੂਨ 24 ਤੱਕ ਸਾਰੇ ਅਡਲਟਸ ਨੂੰ ਕੋਵਿਡ-19 ਵੈਕਸੀਨ ਲਗਾ ਦਿੱਤਾ ਜਾਵੇਗਾ। ਦੱਸਿਏ ਕਿ ਕਿਊਬੈਕ ਦੇ ਵਿੱਚ 8 ਵਜੇ ਤੋਂ ਕਰਫਿਊ ਲਗਾਇਆ ਜਾਂਦਾ ਸੀ, ਪਰ ਹੁਣ ਇਸ ਦਾ ਸਮਾਂ ਬਦਲ ਕੇ 9:30 ਵਜੇ ਕਰ ਦਿੱਤਾ ਗਿਆ ਹੈ। ਇੱਥੋਂ ਦੇ 3 ਰੂਰਲ ਰੀਜਨਸ ਨੂੰ ਔਰੇਂਜ ਜ਼ੋਨ ਤੋਂ ਯੈਲੋ ਜ਼ੋਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੋਂ ਦੇ ਲੋਕਾਂ ਨੂੰ ਕਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੇ ਵਿੱਚ ਥੋੜੀ ਢਿੱਲ ਦਿੱਤੀ ਗਈ ਹੈ। ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਕਿਊਬੈਕ ਦੇ ਪ੍ਰੀਮੀਅਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਪ੍ਰੋਵਿੰਸ ਦੇ ਵਿੱਚ ਕਰੋਨਾ ਵਾਇਰਸ ਦੇ ਹਾਲਾਤ ਸੁਧਰ ਰਹੇ ਹਨ ਅਤੇ ਉਹਨਾਂ ਵੱਲੋਂ ਫੈਲਾਅ ਨੂੰ ਵੀ ਕੰਟਰੋਲ ਦੇ ਵਿੱਚ ਕੀਤਾ ਜਾ ਰਿਹਾ ਹੈ। ਪ੍ਰੀਮੀਅਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਰਫਿਊ ਦੇ ਸਮੇਂ ਦੇ ਵਿੱਚ ਬਦਲਾਅ ਇਸ ਕਰਕੇ ਕੀਤਾ ਗਿਆ ਕਿਉਂਕਿ ਹੁਣ ਸਮੇਂ ਦੇ ਬਦਲਾਅ ਤੋਂ ਬਾਅਦ ਇੱਥੇ ਦਿਨ ਵੱਡੇ ਹੋ ਗਏ ਨੇ, ਜਿਸ ਦੇ ਚੱਲਦਿਆਂ ਹੁਣ ਕਰਫਿਊ ਦੀ ਸ਼ੁਰੂਆਤ ਰਾਤ ਨੂੰ 9:30 ਵਜੇ ਤੋਂ ਕੀਤੀ ਜਾਵੇਗੀ। ਪ੍ਰੀਮੀਅਰ ਵੱਲੋਂ ਲੋਕਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਗਈ। ਉਹਨਾਂ ਕਿਹਾ ਕਿ ਅਜੇ ਵੀ ਪ੍ਰਾਈਵੇਟ ਗੈਦਰਿੰਗਸ ਨਹੀਂ ਕੀਤੀਆਂ ਜਾ ਸਕਦੀਆਂ। ਇੱਥੇ ਮਾਰਚ 26 ਤੋਂ ਕਰੋਨਾ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਸ ਦੇ ਵਿੱਚ ਥੋੜੀ ਰਾਹਤ ਦਿੱਤੀ ਜਾਵੇਗੀ। ਰੈੱਡ ਜ਼ੋਨ ਦੇ ਵਿੱਚ ਥੀਏਟਰ ਅਤੇ ਸ਼ੋਅ ਵੈਨਿਊ ਖੋਲ੍ਹਣ ਦੇ ਲਈ ਵੀ ਆਗਿਆ ਦਿੱਤੀ ਜਾਵੇਗੀ। ਇੱਥੇ 250 ਬੰਦੇ ਇਕੱਠੇ ਹੋ ਸਕਦੇ ਹਨ, ਪਰ ਇਸ ਦੇ ਵਾਸਤੇ ਉਹਨਾਂ ਨੂੰ ਮਾਸਕ ਪਾਉਣਾ ਪਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਣਾ ਪਵੇਗਾ। ਰੈੱਡ ਜ਼ੋਨ ਦੇ ਵਿੱਚ ਜਿਹੜੀਆਂ ਧਾਰਮਿਕ ਜਗ੍ਹਾਵਾਂ ਨੇ ਉੱਥੇ 25 ਲੋਕ ਇਕੱਠੇ ਹੋ ਸਕਦੇ ਹਨ। ਇਸ ਸਮੇਂ 10 ਲੋਕਾਂ ਨੂੰ ਇਕੱਠ ਕਰਨ ਦੀ ਹੀ ਇਜਾਜ਼ਤ ਹੈ। ਇਸ ਦੇ ਨਾਲ ਹੀ ਪ੍ਰੀਮੀਅਰ ਵੱਲੋਂ ਦੱਸਿਆ ਗਿਆ ਕਿ ਇੱਥੇ ਕਰੋਨਾ ਵੈਕਸੀਨੇਸ਼ਨ ਦੇ ਤਹਿਤ ਵੱਖ-ਵੱਖ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਪ੍ਰੈਲ ਦੇ ਮੱਧ ਤੱਕ 65 ਸਾਲ ਦੀ ਉਮਰ ਤੱਕ ਵਾਲਿਆਂ ਨੂੰ ਕਰੋਨਾ ਵੈਕਸੀਨ ਲੱਗ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਜੂਨ 24 ਤੱਕ ਹਰ ਕਿਸੇ ਨੂੰ ਕੋਵਿਡ-19 ਵੈਕਸੀਨ ਲਗਾਉਣ ਦਾ ਵੀ ਟੀਚਾ ਰੱਖਿਆ ਗਿਆ ਹੈ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 57 ਸਾਲ ਦੇ ਵਿਅਕਤੀ ਵੱਲੋਂ ਪੁਲਿਸ ਦੇ ਕਈ ਵਾਹਨਾਂ ਨੂੰ ਠੋਕਿਆ ਗਿਆ। ਅਜਿਹਾ ਕਰਨ ਦੇ ਉੱਪਰ ਉਸ ਨੂੰ ਹੁਣ ਚਾਰਜ ਕੀਤਾ ਜਾ ਰਿਹਾ ਹੈ। ਇਸ ਵਿਅਕਤੀ ਵੱਲੋਂ ਆਪਣੇ ਪਿਕਅਪ ਟਰੱਕ ਦੇ ਨਾਲ ਜੋ ਪੁਲਿਸ ਦੇ ਵਾਹਨ ਸਨ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਨਾਲ ਸੰਬੰਧਿਤ तमाम ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ। 57 ਸਾਲ ਦੇ ਵਿਅਕਤੀ ਦੇ ਉੱਪਰ ਦੋਸ਼ ਲੱਗੇ ਹਨ। ਉਸ ਵੱਲੋਂ ਪੁਲਿਸ ਦੀਆਂ ਕਈ ਗੱਡੀਆਂ ਦੇ ਵਿੱਚ ਟੱਕਰ ਮਾਰੀ ਗਈ। ਇਸ ਬਾਰੇ तमाम ਜਾਣਕਾਰੀ RCMP ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਨਨਾਈਮੋ ਦੇ ਵਿੱਚ ਇੱਕ ਵਿਅਕਤੀ ਨੂੰ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰਨਾ ਪਵੇਗਾ। ਇਸ ਵਿਅਕਤੀ ਵੱਲੋਂ ਆਪਣੇ ਪਿਕਅਪ ਟਰੱਕ ਦੇ ਨਾਲ ਪੁਲਿਸ ਦੇ ਕਈ ਵਹੀਕਲਸ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਘਟਨਾ ਟਰਮੀਨਲ ਐਵੀਨਿਊ ਅਤੇ ਕਾਮਕਸ ਰੋਡ ਦੇ ਕੋਲ ਵਾਪਰੀ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਪਿਕਅਪ ਟਰੱਕ ਵੱਲੋਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰੀ ਗਈ, ਉਸ ਦੌਰਾਨ ਪੁਲਿਸ ਦੇ ਵਾਹਨਾਂ ਦੀਆਂ ਬੱਤੀਆਂ ਅਤੇ ਸਾਇਰਨ ਚੱਲ ਰਹੇ ਸਨ। ਇੰਨਾ ਹੀ ਨਹੀਂ, ਇਸ ਦੌਰਾਨ ਇਸ ਟਰੱਕ ਵੱਲੋਂ 2 ਹੋਰ ਪੁਲਿਸ ਦੇ ਵਾਹਨਾਂ ਨੂੰ ਟੱਕਰ ਮਾਰੀ ਗਈ। ਜਦੋਂ ਇਸ ਨੂੰ ਘੇਰਿਆ ਗਿਆ, ਜਾਣੀ ਕਿ ਰੋਕਿਆ ਗਿਆ, ਤਾਂ ਫਿਰ ਵਾਹਨ ਚਲਾਉਣ ਵਾਲਾ ਬਾਹਰ ਨਿਕਲ ਕੇ ਇੱਕ ਆਫੀਸਰ ਵੱਲ ਵਧਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਵਿਅਕਤੀ ਦੇ ਉੱਪਰ ਪੈਪਰ ਸਪਰੇਅ ਦੀ ਵਰਤੋਂ ਕੀਤੀ ਗਈ। ਇਸ ਵਿਅਕਤੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇਹ ਵੀ ਪਤਾ ਚੱਲਿਆ ਹੈ ਕਿ ਇਹ ਮਾਮਲਾ ਮਾਨਸਿਕ ਸਿਹਤ ਦੇ ਨਾਲ ਜੁੜਿਆ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਸੰਬੰਧ ਦੇ ਵਿੱਚ ਬਾਕੀ ਦੀ ਜਾਂਚ ਕੀਤੀ ਜਾ ਰਹੀ ਹੈ। ਵੈਸਟ ਵੈਂਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਅਕਤੀ ਨੂੰ ਤਸਵੀਰ ਖਿੱਚਣੀ ਮਹਿੰਗੀ ਪਈ, ਉਸ ਦੀ ਜਾਨ ਚਲੀ ਗਈ। ਦਰਅਸਲ ਇਸ ਵਿਅਕਤੀ ਵੱਲੋਂ ਚਟਾਨ ਜੋ 30 ਫੁੱਟ ਉੱਚੀ ਸੀ ਉਸ ਤੋਂ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਨੇ ਇਸ ਮਾਮਲੇ ਦੇ ਨਾਲ ਸੰਬੰਧਿਤ ਜੋ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਉਹ ਜੋ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਦੌਰਾਨ ਵਿਅਕਤੀ ਦਾ ਪੈਰ ਤਿਲਕਿਆ ਅਤੇ ਉਹ ਹੇਠਾਂ ਡਿੱਗ ਗਿਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਜਦੋਂ ਜਾਣਕਾਰੀ ਮਿਲੀ ਤੇ ਉੱਥੇ ਪਹੁੰਚੇ ਨੇ ਤੇ ਜਾਂਚ ਪੜਤਾਲ ਤੋਂ ਬਾਅਦ ਜੋ ਉਸ ਦੀ ਲਾਸ਼ ਮਿਲੀ, ਇਸ ਨੂੰ ਇੱਕ ਦੁਖਦ ਖਬਰ ਪੁਲਿਸ ਵੱਲੋਂ ਦੱਸਿਆ ਗਿਆ ਤੇ ਨਾਲ ਦੀ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਵੈਸਟ ਵੈਂਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਿਅਕਤੀ ਨੂੰ ਤਸਵੀਰ ਖਿੱਚਣੀ ਮਹਿੰਗੀ ਪਈ ਹੈ। ਜੀ ਹਾਂ, ਵੈਸਟ ਵੈਂਕੂਵਰ ਦੇ ਵਿੱਚ ਚੱਟਾਨ ਤੋਂ ਡਿੱਗਣ ਦੇ ਨਾਲ ਵਿਅਕਤੀ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਉਸ ਦੌਰਾਨ ਵਿਅਕਤੀ ਵੱਲੋਂ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਵਿਅਕਤੀ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਵਿਅਕਤੀ 30 ਫੁੱਟ ਉੱਚੀ ਚੱਟਾਨ ਤੋਂ ਹੇਠਾਂ ਡਿੱਗ ਗਿਆ।
ਪੁਲਿਸ ਵੱਲੋਂ ਇਸ ਦੇ ਨਾਲ ਸੰਬੰਧਿਤ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਇਸ ਘਟਨਾ ਨੂੰ ਦੁਖਦ ਦੱਸਿਆ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਪੁਲਿਸ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਪੁਲਿਸ ਨੂੰ ਲਾਈਟ ਹਾਊਸ ਪਾਰਕ ਦੇ ਨੇੜੇ ਸ਼ਾਮੀ 6 ਵਜੇ ਬੁਲਾਇਆ ਗਿਆ ਸੀ। ਇਸ ਦੌਰਾਨ ਹਾਈਕਰਸ ਨੂੰ ਬੈਕਪੈਕ ਮਿਲਿਆ ਸੀ। ਉਹਨਾਂ ਨੂੰ ਇਉਂ ਲੱਗ ਰਿਹਾ ਸੀ ਕਿ ਸ਼ਾਇਦ ਓਨਰ ਗੁੰਮ ਹੋ ਗਿਆ ਹੈ। ਇਸ ਤੋਂ ਬਾਅਦ ਕੋਸਟ ਗਾਰਡ ਅਤੇ ਵੈਸਟ ਵੈਨਕੂਵਰ ਫਾਇਰ ਐਂਡ ਰੈਸਕਿਊ ਵੱਲੋਂ ਇਸ ਮਾਮਲੇ ਦੇ ਵਿੱਚ ਭਾਲ ਸ਼ੁਰੂ ਕਰ ਦਿੱਤੀ ਗਈ। ਜਦੋਂ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਸੀ, ਇਸ ਦੌਰਾਨ ਉਹਨਾਂ ਨੂੰ ਚੱਟਾਨ ਦੇ ਹੇਠਾਂ ਇੱਕ ਕੈਮਰਾ ਅਤੇ ਟ੍ਰਾਈਪੋਡ ਮਿਲਿਆ। ਜਿਸ ਵਿਅਕਤੀ ਦੀ ਮੌਤ ਹੋਈ ਹੈ, ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਉਸ ਦੀ ਲਾਸ਼ ਵਾਟਰ ਐਜ ਦੇ ਨੇੜੇ ਮਿਲੀ ਹੈ। ਇਸ ਮੌਕੇ ਜੋ ਜਾਣਕਾਰੀ ਗੁੱਡ ਮਰਫੀ ਵੱਲੋਂ ਦਿੱਤੀ ਗਈ, ਉਹਨਾਂ ਦੱਸਿਆ ਕਿ ਇਹ ਜੋ ਸੀਨੀਅਰ ਹੈ, ਇਸ ਦਾ ਪੈਰ ਤਿਲਕ ਗਿਆ ਜੋ ਫੋਟੋ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ 16 ਮਾਰਚ ਨੂੰ ਕੱਢਿਆ ਗਿਆ, ਜਿਸ ਦੇ ਤਹਿਤ 506 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 506 ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਹ PNP ਡਰਾਅ ਮਾਰਚ 16 ਨੂੰ ਕੱਢਿਆ ਗਿਆ। ਇਸ ਦੇ ਤਹਿਤ 506 ਇਨਵੀਟੇਸ਼ਨ ਪ੍ਰੋਵਿੰਸ਼ੀਅਲ ਨੋਮੀਨੀ ਦੇ ਲਈ ਜਾਰੀ ਕੀਤੇ ਗਏ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਉਮੀਦਵਾਰਾਂ ਨੂੰ ਸਕਿੱਲਜ਼ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਧੀਨ ਸੱਦੇ ਜਾਰੀ ਕੀਤੇ ਗਏ। ਜਿਹੜੇ ਉਮੀਦਵਾਰਾਂ ਨੂੰ ਸੱਦੇ ਮਿਲੇ ਹਨ ਉਹ ਸਕਿੱਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਅਤੇ ਐਂਟਰੀ ਲੈਵਲ ਐਂਡ ਸੈਮੀ ਸਕਿੱਲਡ ਸਬ ਕੈਟਾਗਰੀ ਦੇ ਵਿੱਚੋਂ ਆਏ ਸਨ। ਇਸ ਦੇ ਤਹਿਤ 2 ਅਲੱਗ ਡਰਾਅ ਵੀ ਸਨ, ਜਿਸ ਦੇ ਵਿੱਚੋਂ ਇੱਕ ਰੀਟੇਲ ਅਤੇ ਹੋਲਸੇਲ ਟ੍ਰੇਡ ਮੈਨੇਜਰਸ ਦੇ ਵਾਸਤੇ ਸੀ ਅਤੇ ਦੂਸਰਾ ਡਰਾਅ ਰੈਸਟੋਰੈਂਟ ਅਤੇ ਫੂਡ ਸਰਵਿਸ ਮੈਨੇਜਰਸ ਦੇ ਵਾਸਤੇ ਸੀ। ਇਹ ਜੋ PNP ਡਰਾਅ ਕੱਢਿਆ ਗਿਆ, ਇਸ ਦੇ ਵਾਸਤੇ ਘੱਟੋ-ਘੱਟ 114 ਸਕੋਰਸ ਦੀ ਜ਼ਰੂਰਤ ਸੀ। ਦੱਸ ਦਈਏ ਕਿ ਸਕਿੱਲਜ਼ ਇਮੀਗ੍ਰੇਸ਼ਨ ਸਕਿੱਲਡ ਵਰਕਰ ਦੇ ਵਾਸਤੇ 96 ਸਕੋਰਸ, ਸਕਿੱਲਜ਼ ਇਮੀਗ੍ਰੇਸ਼ਨ ਇੰਟਰਨੈਸ਼ਨਲ ਗ੍ਰੈਜੂਏਟ ਦੇ ਵਾਸਤੇ 94 ਸਕੋਰ, ਸਕਿੱਲਜ਼ ਇਮੀਗ੍ਰੇਸ਼ਨ ਐਂਟਰੀ ਲੈਵਲ ਐਂਡ ਸੈਮੀ ਸਕਿੱਲਡ ਵਾਸਤੇ 81 ਸਕੋਰ, ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਕਿੱਲਡ ਵਰਕਰਸ ਦੇ ਵਾਸਤੇ 96 ਸਕੋਰ, ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਇੰਟਰਨੈਸ਼ਨਲ ਗ੍ਰੈਜੂਏਟ ਦੇ ਵਾਸਤੇ 94 ਸਕੋਰਸ ਦੀ ਜ਼ਰੂਰਤ ਸੀ। 2021 ਦੌਰਾਨ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਵੱਲੋਂ 2432 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਜਾ ਚੁੱਕੇ ਹਨ। ਅਲਬਰਟਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 200 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ 2021 ਹੁਣ ਤੱਕ ਅਲਬਰਟਾ ਵੱਲੋਂ 709 ਇਨਵੀਟੇਸ਼ਨ ਉਮੀਦਵਾਰਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਜੋ ਨਵਾਂ ਡਰਾਅ ਕੱਢਿਆ ਗਿਆ, ਇਸ ਦੇ ਤਹਿਤ ਜੋ ਉਮੀਦਵਾਰ ਨੇ ਉਹਨਾਂ ਨੂੰ ਨੋਮੀਨੇਸ਼ਨ ਜਾਣੀ ਕਿ ਡਰਾਅ ਦੇ ਵਿੱਚ ਆਪਣਾ ਇਨਵੀਟੇਸ਼ਨ ਹਾਸਲ ਕਰਨ ਦੇ ਵਾਸਤੇ 301 CRS ਸਕੋਰ ਦੀ ਜ਼ਰੂਰਤ ਸੀ। ਅਲਬਰਟਾ ਵੱਲੋਂ ਇਸ ਦੇ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਸ ਸਾਲ 2021 ਦੇ ਦੌਰਾਨ ਉਹਨਾਂ ਵੱਲੋਂ ਕਿੰਨੇ ਡਰਾਅ ਦਾ ਐਲਾਨ ਕੀਤਾ ਜਾਵੇਗਾ। ਅਲਬਰਟਾ ਵੱਲੋਂ ਆਪਣੀ PNP ਡਰਾਅ ਦਾ ਐਲਾਨ ਕੀਤਾ ਗਿਆ। ਇਹ ਡਰਾਅ ਮਾਰਚ 2 ਨੂੰ ਕੱਢਿਆ ਗਿਆ। ਇਸ ਡਰਾਅ ਦੇ ਵਾਸਤੇ CR ਸਕੋਰ 301 ਦੇ ਉੱਪਰ ਆ ਗਿਆ। ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਅਧੀਨ 200 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਹ ਜੋ ਨਵਾਂ ਡਰਾਅ ਅਲਬਰਟਾ ਵੱਲੋਂ ਐਲਾਨ ਕੀਤਾ ਗਿਆ, ਇਸ ਦੇ ਤਹਿਤ ਉਮੀਦਵਾਰਾਂ ਨੂੰ ਸਿਰਫ ਤੇ ਸਿਰਫ 301 ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ। ਜਿਨ੍ਹਾਂ ਨੂੰ ਇਸ ਡਰਾਅ ਦੇ ਵਿੱਚ ਸੱਦੇ ਜਾਰੀ ਕੀਤੇ ਗਏ ਹਨ, ਉਹ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਸ ਦੇ ਵਾਸਤੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਪਲਾਈ ਕਰ ਸਕਦੇ ਹਨ। ਜਿਹੜੇ ਵੀ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਸੱਦੇ ਜਾਰੀ ਕੀਤੇ ਗਏ, ਉਹਨਾਂ ਸਭ ਦੀ ਪ੍ਰੋਫਾਈਲ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਸੀ। ਦੱਸ ਦਈਏ ਕਿ ਐਕਸਪ੍ਰੈਸ ਐਂਟਰੀ ਕੈਨੇਡਾ ਦੇ 3 ਫੈਡਰਲ ਹਾਈ ਸਕਿੱਲਡ ਇਮੀਗ੍ਰੇਸ਼ਨ ਪਾਥਵੇ ਦੇ ਵਾਸਤੇ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ। ਇਹ 3 ਪਾਥਵੇ ਹਨ: ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ, ਫੈਡਰਲ ਸਕਿੱਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ। ਵੱਖ-ਵੱਖ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਂਡੀਡੇਟਸ ਨੂੰ CRS ਸਕੋਰ ਦਿੱਤੇ ਜਾਂਦੇ ਹਨ। ਇਸ ਦੌਰਾਨ ਉਮਰ, ਪੜ੍ਹਾਈ, ਕੰਮ ਦਾ ਤਜਰਬਾ ਅਤੇ ਭਾਸ਼ਾ ਨੂੰ ਧਿਆਨ ਵਿੱਚ ਰੱਖਦਿਆਂ ਸਕੋਰ ਦਿੱਤੇ ਜਾਂਦੇ ਨੇ। ਦੱਸ ਦਈਏ ਕਿ 2020 ਦੇ ਦੌਰਾਨ ਅਲਬਰਟਾ ਵੱਲੋਂ ਟੀਚਾ ਰੱਖਿਆ ਗਿਆ ਸੀ ਕਿ 6250 ਨੂੰ ਨੋਮੀਨੇਸ਼ਨ ਸਰਟੀਫਿਕੇਟ ਦਿੱਤੇ ਜਾਣ, ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਪੂਰਾ ਨਹੀਂ ਹੋ ਸਕਿਆ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਇੱਥੇ ਕੇਵਲ 4000 ਨੋਮੀਨੇਸ਼ਨ ਹੀ ਜਾਰੀ ਕੀਤੇ ਜਾ ਸਕੇ। ਇਹ ਨੋਮੀਨੇਸ਼ਨ ਜੂਨ 2020 ਤੱਕ ਹੀ ਜਾਰੀ ਕੀਤੇ ਗਏ ਸਨ। ਦੂਸਰੇ ਡਰਾਅ ਦੇ ਵਿੱਚ ਨੋਮੀਨੇਸ਼ਨ ਨਹੀਂ ਜਾਰੀ ਕੀਤੇ ਗਏ ਕਿਉਂਕਿ ਕੋਈ ਵੀ ਡਰਾਅ ਦਾ ਐਲਾਨ ਨਹੀਂ ਕੀਤਾ ਗਿਆ। ਅਲਬਰਟਾ ਵੱਲੋਂ ਇਹ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ ਕਿ 2021 ਦੌਰਾਨ ਕਿੰਨੇ ਡਰਾਅ ਕੱਢਣ ਦਾ ਉਹਨਾਂ ਵੱਲੋਂ ਟੀਚਾ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ 2021 ਦੇ ਵਿੱਚ ਐਲਬਰਟਾ ਵੱਲੋਂ 709 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਸੱਦੇ ਜਾਰੀ ਕੀਤੇ ਜਾ ਚੁੱਕੇ ਹਨ। ਕੈਨੇਡਾ ਵੱਲੋਂ ਨਵੇਂ ਪੀਐਨਪੀ ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ। ਇਸ ਦੇ ਤਹਿਤ 183 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਜੋ ਐਕਸਪ੍ਰੈਸ ਐਂਟਰੀ ਡਰਾਅ ਫਰਵਰੀ 16 ਨੂੰ ਕੱਢਿਆ ਗਿਆ ਸੀ, ਉਸ ਦੇ ਤਹਿਤ ਰਿਕਾਰਡ ਤੋੜ ਜੋ ਉਮੀਦਵਾਰ ਨੇ ਉਹਨਾਂ ਨੂੰ ਸੱਦੇ ਜਾਰੀ ਕੀਤੇ ਗਏ। ਜਾਨੀ ਇੱਕੋ ਵਾਰ ਦੇ ਵਿੱਚ 27,332 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਕੈਨੇਡਾ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਵੀ ਅਜਿਹਾ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਜਾ ਸਕਦਾ ਹੈ, ਕਿਉਂਕਿ ਸਮੇਂ-ਸਮੇਂ ਦੇ ਉੱਪਰ ਇਮੀਗ੍ਰੇਸ਼ਨ ਮੰਤਰੀ ਇਸ ਦੇ ਨਾਲ ਸੰਬੰਧਿਤ ਜੋ ਇਸ਼ਾਰੇ ਨੇ ਉਹ ਕਰਦੇ ਹੀ ਰਹਿੰਦੇ ਨੇ, ਕਿਉਂਕਿ ਉਹਨਾਂ ਵੱਲੋਂ ਜੋ ਟਵੀਟ ਕੀਤੇ ਜਾ ਰਹੇ ਨੇ ਉਸ ਤੋਂ ਇਹ ਅੰਦਾਜ਼ਾ ਸਾਫ਼ ਤੌਰ ਦੇ ਉੱਪਰ ਲੱਗਦਾ ਨਜ਼ਰ ਆ ਰਿਹਾ ਹੈ। ਕੈਨੇਡਾ ਵੱਲੋਂ ਨਵੇਂ ਪੀਐਨਪੀ ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 183 ਪੀਐਨਪੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਇਸ ਡਰਾਅ ਦਾ ਐਲਾਨ ਮਾਰਚ 17 ਨੂੰ ਕੀਤਾ ਗਿਆ। ਜਿਹੜੇ ਵੀ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਮਿਲੇ ਹਨ, ਉਹ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਸ ਜਾਨੀ ਕਿ ਪੀਆਰ ਦੇ ਇੱਕ ਕਦਮ ਹੋਰ ਨੇੜੇ ਆ ਗਏ ਨੇ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦਾ ਘੱਟੋ-ਘੱਟ ਸਕੋਰ 682 ਸੀ। ਇਸ ਦੇ ਵਿੱਚ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਜ਼ਿਆਦਾ ਸੀ। ਇਸ ਦਾ ਇਹ ਕਾਰਨ ਹੈ ਕਿ ਜਿਨ੍ਹਾਂ ਨੂੰ ਇਨਵਾਈਟ ਕੀਤਾ ਗਿਆ ਉਹਨਾਂ ਕੋਲ ਪਹਿਲਾਂ ਹੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਅਧੀਨ ਨੋਮੀਨੇਸ਼ਨ ਹਨ। ਜਿਹੜੇ ਵੀ ਕੈਂਡੀਡੇਟਸ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਮਾਰਚ 4, 2021 ਤੋਂ ਪਹਿਲਾਂ ਜਮ੍ਹਾਂ ਕਰਾਈ ਗਈ, ਉਹਨਾਂ ਨੂੰ ਹੀ ਇਸ ਡਰਾਅ ਦੇ ਅਧੀਨ ਸ਼ਾਮਿਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਹੁਣ ਤੱਕ ਕੈਨੇਡਾ ਵੱਲੋਂ 38,840 ਦੇ ਕਰੀਬ ਇਨਵੀਟੇਸ਼ਨਸ ਟੂ ਅਪਲਾਈ ਜਾਰੀ ਕੀਤੇ ਜਾ ਚੁੱਕੇ ਹਨ। ਦੱਸ ਦਈਏ ਕਿ ਕੈਨੇਡਾ ਵੱਲੋਂ ਇਸ ਵਾਰ ਦਾ ਆਪਣਾ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 2023 ਤੱਕ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। 2021 ਦਾ ਕੈਨੇਡਾ ਵੱਲੋਂ 4,01,000 ਨਿਊਕਮਰਸ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ। ਆਪਣੇ ਟੀਚੇ ਨੂੰ ਟਾਰਗੇਟ ਨੂੰ ਲੈ ਕੇ ਇਸ ਵਾਰ ਕੈਨੇਡਾ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ, ਕਿਉਂਕਿ ਫਰਵਰੀ 13 ਨੂੰ ਇੱਕ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਇੱਕੋ ਵਾਰ ਦੇ ਵਿੱਚ 27,332 ITA ਜਾਰੀ ਕੀਤੇ ਜਾ ਚੁੱਕੇ ਹਨ। ਅਜਿਹੀ ਹੀ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਦਾ ਇੰਤਜ਼ਾਰ ਇੱਕ ਵਾਰ ਫਿਰ ਤੋਂ ਕੀਤਾ ਜਾ ਰਿਹਾ ਹੈ। ਉਹ ਇਸ ਕਰਕੇ ਕਿਉਂਕਿ ਇਮੀਗ੍ਰੇਸ਼ਨ ਮੰਤਰੀ ਲਗਾਤਾਰ ਇਸ ਦੇ ਬਾਰੇ ਵਿੱਚ ਸੰਕੇਤ ਦਿੰਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਬਾਅਦ ਕੈਨੇਡੀਅਨਸ ਨੂੰ ਉਮੀਦ ਹੈ ਕਿ ਅਜਿਹਾ ਹੀ ਇੱਕ ਵਾਰ ਫਿਰ ਤੋਂ ਸਰਪ੍ਰਾਈਜ਼ ਦਿੱਤਾ ਜਾ ਸਕਦਾ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ 3 ਮਸਾਜ ਪਾਰਲਰ ਦੇ ਵਿੱਚ ਅੰਨ੍ਹੇਵਾਹ ਗੋਲੀਆਂ ਚੱਲੀਆਂ ਅਤੇ ਇਸ ਘਟਨਾ ਦੇ ਵਿੱਚ 8 ਜਾਣਿਆਂ ਦੀ ਜਾਨ ਚਲੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਣੀ ਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਆਖਿਰਕਾਰ ਜੋ ਗੋਲੀਬਾਰੀ ਕੀਤੀ ਗਈ ਹੈ, ਫਾਇਰਿੰਗ ਕੀਤੀ ਗਈ ਹੈ, ਉਸ ਦਾ ਕਾਰਨ ਕੀ ਸੀ। ਮਾਮਲਾ US ਤੋਂ ਸਾਹਮਣੇ ਆਇਆ, ਜਿੱਥੇ ਮਸਾਜ ਪਾਰਲਰ ਦੇ ਵਿੱਚ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੇ ਦੌਰਾਨ 8 ਜਾਣਿਆਂ ਦੀ ਮੌਤ ਹੋ ਗਈ। ਇਹ ਮਾਮਲਾ ਐਟਲਾਂਟਾ ਤੋਂ ਸਾਹਮਣੇ ਆਇਆ, ਜਿੱਥੇ 3 ਅਲੱਗ-ਅਲੱਗ ਮਸਾਜ ਪਾਰਲਰ ਦੇ ਵਿੱਚ ਫਾਇਰਿੰਗ ਹੋਈ ਹੈ। ਇਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ। ਇਹਨਾਂ ਮਰਨ ਵਾਲਿਆਂ ਦੇ ਵਿੱਚ 4 ਔਰਤਾਂ ਵੀ ਸ਼ਾਮਲ ਸਨ। ਜਿਹੜੇ ਮਸਾਜ ਪਾਰਲਰ ਦੇ ਬਾਹਰ ਗੋਲੀਬਾਰੀ ਜਾਣੀ ਕਿ ਫਾਇਰਿੰਗ ਹੋਈ ਹੈ, ਇਹਨਾਂ ਵਿੱਚੋਂ 2 ਇੱਕ ਦੂਸਰੇ ਦੇ ਬਿਲਕੁਲ ਸਾਹਮਣੇ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਵਿੱਚ तमाम ਜਾਣਕਾਰੀ ਸਾਂਝੀ ਕੀਤੀ ਗਈ ਅਤੇ ਨਾਲ ਹੀ ਉਹਨਾਂ ਵੱਲੋਂ ਇਸ ਦੇ ਬਾਰੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਫਾਇਰਿੰਗ ਕਿਉਂ ਕੀਤੀ ਗਈ, ਜਾਣੀ ਕਿ ਇਸ ਦੇ ਪਿੱਛੇ ਦਾ ਕਾਰਨ ਕੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ 3 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਜਦੋਂ ਪੁਲਿਸ ਫਾਇਰਿੰਗ ਵਾਲੇ ਇੱਕ ਸਥਾਨ ਦੇ ਉੱਪਰ ਪਹੁੰਚੀ ਤਾਂ ਉਹਨਾਂ ਨੂੰ ਦੂਸਰੀ ਜਗ੍ਹਾ ਤੋਂ ਕਾਲ ਆਈ। ਇਸ ਮਾਮਲੇ ਦੇ ਵਿੱਚ ਜਿਸ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਉਮਰ 21 ਸਾਲ ਦੱਸੀ ਗਈ ਹੈ। ਪੁਲਿਸ ਵੱਲੋਂ ਇਸ ਵਿਅਕਤੀ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਇਸ ਫਾਇਰਿੰਗ ਦੇ ਪਿੱਛੇ ਦਾ ਕਾਰਨ ਕੀ ਸੀ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਵਿੱਚ ਅਜੇ ਇਹ ਨਹੀਂ ਦੱਸਿਆ ਗਿਆ ਕਿ ਇਸ ਦੇ ਪਿੱਛੇ ਕੀ ਕਾਰਨ ਸੀ ਜੋ ਇਹ ਫਾਇਰਿੰਗ 3 ਸਪਾ ਦੇ ਵਿੱਚ ਜਾਨੀ ਕਿ ਮਸਾਜ ਪਾਰਲਰਸ ਦੇ ਵਿੱਚ ਹੋਈ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਨੂੰ ਦਿਆਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤ ਨੇ, ਜਾਣੀ ਕਿ ਕੀ ਹੈ ਕੈਨੇਡਾ ਦੇ ਵਿੱਚ ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1508 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ਦੌਰਾਨ ਇੱਥੇ 14 ਜਾਨਾਂ ਕਰੋਨਾ ਵਾਇਰਸ ਦੇ ਕਾਰਨ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤ ਦਾ ਅੰਕੜਾ 7187 ਹੋ ਗਿਆ।
ਇਸ ਦੇ ਨਾਲ ਹੀ ਟੋਰਾਂਟੋ ਤੋਂ 552 ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪੀਰ ਰੀਜਨ ਤੋਂ 253 ਤੇ ਯਾਰਕ ਰੀਜਨ ਤੋਂ 107 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਬੀਤੇ 24 ਘੰਟਿਆਂ ਦੌਰਾਨ 58,202 ਡੋਜ਼ਸ ਵੈਕਸੀਨ ਦੀਆਂ ਦਿੱਤੀਆਂ ਗਈਆਂ। ਓਟਵਾ ਤੋਂ 69, ਨਾਇਗਰਾ ਰੀਜਨ ਤੋਂ 66, ਥੰਡਰ ਬੇ ਤੋਂ 63, ਵਾਟਰਲੂ ਤੋਂ 45, ਦੋਹਰਮ ਰੀਜਨ ਤੋਂ 42, ਹੈਮਿਲਟਨ ਤੋਂ 36, ਹਾਲਟਨ ਰੀਜਨ ਤੋਂ 32 ਮਾਮਲੇ ਸਾਹਮਣੇ ਆਏ ਹਨ। ਬੀਤੇ 24 ਘੰਟਿਆਂ ਦੌਰਾਨ 49,128 ਕਰੋਨਾ ਦੇ ਟੈਸਟ ਕੀਤੇ ਗਏ। ਇਹ ਜੋ ਕਰੋਨਾ ਦੇ ਮਾਮਲੇ ਸਾਹਮਣੇ ਆਏ, ਇਸ ਦੇ ਵਿੱਚੋਂ 179 ਮਾਮਲੇ ਸਕੂਲ ਰਿਲੇਟਡ ਹਨ, ਜਿਨ੍ਹਾਂ ਵਿੱਚੋਂ 145 ਵਿਦਿਆਰਥੀ ਅਤੇ 33 ਸਟਾਫ ਮੈਂਬਰ ਸ਼ਾਮਿਲ ਹਨ। ਕਿਊਬੈਕ ਦੇ ਵਿੱਚ 703 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 13 ਲੋਕਾਂ ਦੀ ਮੌਤ ਇਸ ਵਾਇਰਸ ਦੇ ਕਰਕੇ ਬੀਤੇ 24 ਘੰਟਿਆਂ ਦੌਰਾਨ ਹੋਈ ਹੈ। ਦੱਸ ਦਈਏ ਕਿ ਹੁਣ ਤੱਕ 2,99,450 ਦੇ ਕਰੀਬ ਇੱਥੇ ਕਨਫਰਮਡ ਕਰੋਨਾ ਦੇ ਮਾਮਲੇ ਹਨ। 10,570 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਾਰਨ ਹੁਣ ਤੱਕ ਜਾਂਚ ਆ ਚੁੱਕੀ ਹੈ। ਹਸਪਤਾਲ ਦੇ ਵਿੱਚ ਇਸ ਸਮੇਂ 532 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 107 ਇੰਟੈਂਸਿਵ ਕੇਅਰ ਅਧੀਨ ਹਨ। ਦੱਸ ਦਈਏ ਕਿ ਬੀਤੇ 24 ਘੰਟਿਆਂ ਦੌਰਾਨ 28,812 ਡੋਜ਼ਸ ਵੈਕਸੀਨ ਦੀਆਂ ਦਿੱਤੀਆਂ ਗਈਆਂ। ਕਿਊਬੈਕ ਦੇ ਵਿੱਚ ਹੁਣ ਕਰਫਿਊ ਦੇ ਸਮੇਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ। 8 ਵਜੇ ਦੀ ਬਜਾਏ ਹੁਣ ਰਾਤ ਨੂੰ 9:30 ਵਜੇ ਕਰਫਿਊ ਦੀ ਸ਼ੁਰੂਆਤ ਰੈੱਡ ਜ਼ੋਨ ਏਰੀਆਜ਼ ਦੇ ਵਿੱਚ ਹੋਵੇਗੀ। ਮੈਨੀਟੋਬਾ ਵੱਲੋਂ ਵਿਨੀਪੈਗ ਸਟੋਰ ਦੇ ਵਿੱਚ B117 ਐਕਸਪੋਜ਼ਰ ਯਾਨੀ ਕਿ ਕਰੋਨਾ ਦੇ ਨਵੇਂ ਵੇਰੀਐਂਟ ਦੇ ਬਾਰੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 3 ਕੇਅਰ ਹੋਮਸ ਵੱਲੋਂ ਆਊਟਬ੍ਰੇਕਸ ਦਾ ਐਲਾਨ ਕਰ ਦਿੱਤਾ ਗਿਆ। ਬੀਤੇ 24 ਘੰਟਿਆਂ ਦੌਰਾਨ ਇੱਥੇ 96 ਮਾਮਲੇ ਰਿਕਾਰਡ ਕੀਤੇ ਗਏ ਅਤੇ ਕੋਈ ਵੀ ਮੌਤ ਇੱਥੇ ਦਰਜ ਨਹੀਂ ਹੋਈ। ਕੈਨੇਡਾ ਦੇ ਵਿੱਚ ਹੁਣ ਤੱਕ ਕੁੱਲ 9,18,000 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 22,546 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਹੁਣ ਤੱਕ ਜਾਂਚ ਆ ਚੁੱਕੀ ਹੈ। 8,64,000 ਦੇ ਕਰੀਬ ਕੈਨੇਡਾ ਦੇ ਅੰਦਰ ਰਿਕਵਰਡ ਕੇਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਫਰਵਰੀ ਮਹੀਨੇ ਦੇ ਵਿੱਚ ਵਧੀ ਮਹਿੰਗਾਈ ਦਰ, ਗੈਸ ਦੀਆਂ ਕੀਮਤਾਂ ਦੇ ਵਿੱਚ ਹੋ ਰਿਹਾ ਵਾਧਾ। ਕੈਨੇਡਾ ਦੇ ਵਿੱਚ ਕਰੋਨਾ ਦੀ ਲਪੇਟ 'ਚ ਆਉਣ ਵਾਲਿਆਂ ਬਾਰੇ ਖੁਲਾਸਾ। ਪੋਜ਼ਿਟਿਵ ਹੋਣ ਵਾਲੇ 96% ਲੋਕਾਂ ਦੇ ਫੋਨ ਦੇ ਵਿੱਚ ਨਹੀਂ ਕੋਵਿਡ ਅਲਰਟ ਐਪ। ਕਿਊਬੈਕ ਦੇ ਵਿੱਚ ਬਦਲਿਆ ਕਰਫਿਊ ਦਾ ਸਮਾਂ, ਧਾਰਮਿਕ ਸਥਾਨਾਂ ਦੇ ਉੱਪਰ 25 ਲੋਕ ਹੋ ਸਕਣਗੇ ਇਕੱਠੇ। 57 ਸਾਲ ਦੇ ਵਿਅਕਤੀ ਨੇ ਠੋਕੀਆਂ ਪੁਲਿਸ ਦੀਆਂ ਗੱਡੀਆਂ, ਇਸ ਮਾਮਲੇ ਦੇ ਵਿੱਚ ਵਿਅਕਤੀ ਕੀਤਾ ਗਿਆ ਚਾਰਜ। ਵਿਅਕਤੀ ਨੂੰ ਤਸਵੀਰ ਖਿੱਚਣੀ ਪਈ ਭਾਰੀ, ਪੈਰ ਤਿਲਕਣ ਦੇ ਨਾਲ ਹੋਈ ਮੌਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।